ਸਵਾਗਤ ਕਰਦੇ ਹਾਂ ਜੀ ਅੱਜ ਦੀ ਕਲਾਸ ਦੇ ਵਿੱਚ। ਅੱਜ ਦੇ ਟੌਪਿਕ ਦੇ ਵਿੱਚ ਜਿਹੜਾ ਅੱਜ ਦਾ ਟੌਪਿਕ ਹੈ ਜੋ ਇੱਕ ਨਵਾਂ ਚੈਪਟਰ ਸ਼ੁਰੂ ਕਰ ਰਹੇ ਹਾਂ ਮਾਸਟਰ ਕੈਰੇਕਟਰ ਦਾ, ਜਿਹੜਾ ਨਾਟਕਕਾਰ ਇਕਾਂਗੀਕਾਰ ਨਾਲ ਸੰਬੰਧਿਤ ਹੈ। ਨਾਟਕ ਅਤੇ ਇਕਾਂਗੀਕਾਰ ਦੋਨੇ ਵੱਖਰੇ ਵੱਖਰੇ ਸੀਰੀਜ਼ ਹੈਗੀਆਂ ਆਪਣੀਆਂ। ਇਹਦੇ ਵਿੱਚ ਅੱਜ ਇਸੇ ਕਰਕੇ ਇੱਕ ਪਾਰਟ ਬਣਾ ਰਹੇ ਹਾਂ ਕਿ ਇਹਦੇ ਵਿੱਚ ਜਿਹੜੇ ਨਾਟਕਕਾਰ ਨੇ ਆਪਣੇ, ਉੱਧਰੋਂ ਇਕਾਂਗੀਕਾਰ, ਉਹ ਦੋਨੇ ਸੇਮ ਨੇ। ਜਦੋਂ ਗੱਲ ਕਰਦੇ ਹਾਂ ਨਾਟਕਕਾਰਾਂ ਅਤੇ ਇਕਾਂਗੀਕਾਰਾਂ ਦੀ, ਸਿਲੇਬਸ ਦੇ ਅਨੁਸਾਰ ਦੋਨਾਂ ਹੀ ਸਾਈਡ 'ਤੇ ਨਾਮ ਆਉਂਦਾ ਜੀ ਰਾਈਟਰਾਂ ਦਾ ਇਹਨਾਂ ਦਾ, ਤਾਂ ਕਰਕੇ ਇਹਨਾਂ ਨੂੰ ਸੀਰੀਜ਼ ਨੂੰ ਇਕੱਠੀ ਕਰ ਰਹੇ ਹਾਂ। ਦੋ ਇਸ ਤਰ੍ਹਾਂ ਦੇ ਨਾਟਕਕਾਰ ਅਤੇ ਇਕਾਂਗੀਕਾਰ ਹੈ, ਜਿਹੜੇ ਨਾਟਕਕਾਰ ਵੀ ਹੈ ਇਕਾਂਗੀਕਾਰ ਵੀ ਹੈ, ਅਤੇ ਦੋਨੇ ਸਿਲੇਬਸ ਦੇ ਵਿੱਚ ਉਹਨਾਂ ਦੇ ਲੈਸਨ ਦੇ ਤੌਰ 'ਤੇ ਆਪਾਂ ਨੂੰ ਸਿਲੇਬਸ ਦੇ ਵਿੱਚ ਹੈਗੇ ਆ, ਸਿਲੇਬਸ ਦੇ ਵਿੱਚ ਲੱਗੇ ਹੋਏ ਆ। ਜਿਵੇਂ ਐਗਜ਼ਾਮਪਲ ਗੱਲ ਕਰਦੇ ਹਾਂ, ਈਸ਼ਵਰ ਚੰਦਰ ਨੰਦਾ ਪੰਜਾਬੀ ਦਾ ਜਿਹੜਾ ਮੋਢੀ ਇਕਾਂਗੀਕਾਰ ਨਾਟਕਕਾਰ ਕਿਹਾ ਜਾਂਦਾ ਗਾ। ਉਹਨਾਂ ਦਾ ਜਨਮ 30 ਸਤੰਬਰ 1892 ਤੋਂ ਲੈ ਕੇ ਜਿਹੜਾ ਸਫ਼ਰ ਹੁੰਦਾ ਜੀ ਉਹਨਾਂ ਦਾ ਜ਼ਿੰਦਗੀ ਦਾ, ਅਤੇ 3 ਸਤੰਬਰ 1965 ਤੱਕ ਚੱਲਦਾ। ਇੱਕ ਨਾਟਕਕਾਰ ਦੇ ਤੌਰ 'ਤੇ, ਇਕਾਂਗੀਕਾਰ ਦੇ ਤੌਰ 'ਤੇ ਪ੍ਰਸਿੱਧ ਹੁੰਦੇ ਆ, ਅਤੇ ਉਹਨਾਂ ਦੀਆਂ ਨਾਟ ਰਚਨਾਵਾਂ ਨੇ, ਭਾਵ ਜਿਹੜੇ ਉਹਨਾਂ ਦੇ ਨਾਟਕ ਲਿਖੇ ਹੋਏ ਨੇ ਉਹ ਰੰਗਮੰਚ ਦੀ ਦ੍ਰਿਸ਼ਟੀ ਤੋਂ ਲਿਖੇ ਹੋਏ ਨੇ, ਭਾਵ ਇਸ ਤਰ੍ਹਾਂ ਦੇ ਲਿਖੇ ਹੋਏ ਆ ਨਾਟਕ ਜੋ ਰੰਗਮੰਚ 'ਤੇ ਖੇਡੇ ਜਾ ਸਕਦੇ ਨੇ। ਜਨਮ ਤੋਂ ਲੈ ਕੇ ਉਚੇਰੀ ਸਿੱਖਿਆ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਉਹਨਾਂ ਦਾ ਜਨਮ 30 ਸਤੰਬਰ ਪਿੰਡ ਗਾਂਧੀਆ, ਪਨਿਆੜਾ, ਜ਼ਿਲ੍ਹਾ ਗੁਰਦਾਸਪੁਰ, ਲਾਲਾ ਭਾਗਮਲ ਦੇ ਘਰ ਹੁੰਦਾ। ਬਚਪਨ ਵਿੱਚ ਕਹਿੰਦੇ ਪਿਤਾ ਦੀ ਮੌਤ ਹੋ ਜਾਂਦੀ ਹੈ, ਜਿਸ ਦੇ ਕਾਰਨ ਉਹਨਾਂ ਨੂੰ ਗਰੀਬੀ ਦੇ ਦਿਨ ਵੇਖਣੇ ਪੈਂਦੇ ਆ। ਕੁਦਰਤੀ ਗੱਲ ਹੈ ਕਿ ਜਦੋਂ ਪਿਤਾ ਦੁਨੀਆ ਦੇ ਵਿੱਚ ਨਹੀਂ ਹੁੰਦਾ ਤਾਂ ਉਹਦੇ ਕਰਕੇ ਆਰਥਿਕ ਜਿਹੜੀਆਂ ਸਮੱਸਿਆਵਾਂ ਨੇ ਉਹ ਘੇਰ ਲੈਂਦੀਆਂ ਨੇ। ਉਹਨਾਂ ਨੇ ਪ੍ਰਾਇਮਰੀ ਦਾ ਇਮਤਿਹਾਨ ਪਹਿਲੇ ਦਰਜੇ ਵਿੱਚ ਪਾਸ ਕੀਤਾ, ਅਤੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਲਗਨ ਇੰਨੀ ਜ਼ਿਆਦਾ ਸੀਗੀ ਕਿ ਉਹਨਾਂ ਦਾ ਪੜ੍ਹਾਈ ਦੇ ਵੱਲੋਂ ਕਦੇ ਵੀ ਆਪਣੇ ਆਪ ਨੂੰ ਟੁੱਟਣ ਨਹੀਂ ਦਿੱਤਾ, ਜਿਸ ਦੇ ਨਤੀਜੇ ਦੇ ਵਜੋਂ ਉਹ 10ਵੀਂ ਦੀ ਜਿਹੜੀ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਹੀ ਨਹੀਂ ਕਰਦੇ, ਸਗੋਂ ਵਜ਼ੀਫਾ ਵੀ ਹਾਸਲ ਕਰਦੇ ਆ। ਉਸ ਤੋਂ ਬਾਅਦ ਉਹ 1911 ਦੇ ਵਿੱਚ ਦਾਖਲਾ ਲੈਂਦੇ ਆ ਜੀ ਦਿਆਲ ਕਾਲਜ ਲਾਹੌਰ ਦੇ ਵਿੱਚ। ਉੱਥੋਂ ਉਹ BA ਔਨਰਸ ਕਰਦੇ ਆ, ਅਤੇ ਫਿਰ ਉਹ ਅੰਗਰੇਜ਼ੀ ਦੀ MA ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਅੱਵਲ ਦਰਜੇ ਦੇ ਵਿੱਚ ਪਾਸ ਕਰਦੇ ਆ, ਅਤੇ ਫਿਰ ਕੀ ਕਰਦੇ ਆ ਜੀ, ਉੱਥੇ ਹੀ ਉਹ ਜਿਹੜਾ ਹੈਗਾ ਅੰਗਰੇਜ਼ੀ ਦੇ ਲੈਕਚਰਾਰ ਲੱਗ ਜਾਂਦੇ ਆ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜੀ ਸਿੱਖਿਆ ਦੇ ਖੇਤਰ ਵਿੱਚ ਕਹਿ ਸਕਦੇ ਹਾਂ ਕਿ ਆਕਸਫੋਰਡ ਯੂਨੀਵਰਸਿਟੀ ਤੋਂ ਉੱਥੇ ਵੀ ਸਟੱਡੀ ਕੀਤੀ ਹੈ ਜੀ 2 ਸਾਲ ਉਹਨਾਂ ਨੇ ਰਹਿਣ ਦੇ ਬਾਅਦ ਫਿਰ ਉਹ ਲਾਹੌਰ ਆਉਂਦੇ ਆ। ਇਸੇ ਕਰਕੇ ਉਹਨਾਂ ਦੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਗਾ। ਉਹਨਾਂ 'ਤੇ ਇੰਨਾ ਜ਼ਿਆਦਾ ਪ੍ਰਭਾਵ ਹੁੰਦਾ ਕਿ ਉਹ ਸੱਭਿਆਚਾਰ ਨੂੰ, ਪੱਛਮੀ ਸੱਭਿਆਚਾਰ ਨੂੰ, ਉਹਨਾਂ ਦੇ ਉਦਾਰ ਮੁੱਲਾਂ ਨੂੰ ਆਪਣੇ ਨਾਟਕਾਂ ਦੇ ਰਾਹੀਂ ਪੇਸ਼ ਕਰਦੇ ਆ। ਪੱਛਮੀ ਵਿੱਦਿਆ ਜਿਹੜੀ ਹੈਗੀ ਆ ਉਹਦਾ ਪ੍ਰਭਾਵ ਪਹਿਲਾਂ ਸੀ, ਫਿਰ ਉੱਥੋਂ ਦੇ ਰਹਿਣ ਸਹਿਣ ਦਾ ਵੀ ਪ੍ਰਭਾਵ ਉਹਨਾਂ 'ਤੇ ਵੇਖਣ ਨੂੰ ਮਿਲਦਾ। ਇਸ ਦਾ ਜਿਹੜਾ ਉਦਾਹਰਨ ਹੈਗੀ ਹੈ, ਇੱਕ ਐਗਜ਼ਾਮਪਲ ਹੈਗੀ ਹੈ ਸੋਸ਼ਲ ਸਰਕਲ 1953 ਦੇ ਵਿੱਚ ਸਿਰਜਣਾ ਕਰਦੇ ਆ ਜਿਹੜੇ ਨਾਟਕ ਦੀ, ਉਹਦੇ ਵਿੱਚ ਵੇਖਣ ਨੂੰ ਮਿਲਦਾ। ਸਾਮੂ ਸ਼ਾਹ ਦਾ ਨਾਟਕ ਹੈ ਜਿਹੜਾ, ਉਹ ਕਿਤੋਂ ਪ੍ਰਭਾਵਿਤ ਹੋ ਕੇ ਲਿਖਿਆ ਜੀ, ਨਾਟਕਕਾਰ ਸ਼ੇਕਸਪੀਅਰ ਤੋਂ। ਉਹਨਾਂ ਦਾ ਨਾਟਕ ਕਿਹੜਾ ਸੀ ਜਿਸ ਤੋਂ ਪ੍ਰਭਾਵਿਤ ਹੋ ਕੇ ਲਿਖਿਆ, ਮਰਚੈਂਟ ਆਫ ਵੈਨਿਸ ਤੋਂ ਪ੍ਰਭਾਵਿਤ ਹੋ ਕੇ ਲਿਖਿਆ। ਨਾਟਕ ਦੇ ਖੇਤਰ ਵਿੱਚ ਉਹਨਾਂ ਦੀ ਜਿਹੜੀ ਕੀ ਦੇਣ ਹੈਗੀ ਆ ਉਸ ਦੀ ਗੱਲ ਕਰਦੇ ਹਾਂ। ਨਾਟਕ ਖੇਤਰ ਦੇ ਵਿੱਚ ਕੀ ਉਹਨਾਂ ਨੇ ਬਦਲਾਵ ਲੈ ਕੇ ਆਉਂਦਾ ਉਹਦੀ ਗੱਲ ਕਰਦੇ ਹਾਂ। ਉਹਨਾਂ ਨੇ ਨਾਟਕ ਰਚਨਾਵਾਂ ਨੂੰ ਜਿਹੜਾ ਮੰਚ ਦੀ ਦ੍ਰਿਸ਼ਟੀ, ਭਾਵ ਸਟੇਜ ਦੀ ਦ੍ਰਿਸ਼ਟੀ ਤੋਂ ਲਿਖਣਾ ਸ਼ੁਰੂ ਕੀਤਾ। ਉਹਨਾਂ ਦੇ ਜਿਹੜੇ ਨਾਟਕ ਯਥਾਰਥਵਾਦੀ ਹੈਗੇ ਆ, ਭਾਵ ਜ਼ਿੰਦਗੀ ਦੇ ਸੱਚ ਦੇ ਨੇੜੇ ਹੈ। ਤੀਜਾ, ਨੰਦੇ ਜਿਹੜੇ ਹੈਗੇ ਨਾਵਲ ਉਹ ਸਮਾਜਿਕ ਜੀਵਨ ਦੀ ਪੇਸ਼ਕਾਰੀ ਕਰਦੇ ਆ, ਭਾਵ ਆਮ ਜੀਵਨ ਵਿੱਚ ਵਿਚਰਦੇ ਆ ਲੋਕ, ਅਤੇ ਇਹਨਾਂ ਨਾਟਕਾਂ ਵਿੱਚ ਸਮੱਸਿਆਵਾਂ ਕਿਹੜੀਆਂ ਨੇ, ਪੇਂਡੂ ਜੀਵਨ ਦੀਆਂ ਸਮੱਸਿਆਵਾਂ ਪੇਸ਼ ਕਰਦੇ ਆ। ਜ਼ਿਆਦਾਤਰ ਨਾਟਕਾਂ ਦਾ ਜਿਹੜਾ ਅੰਤ ਕੀ ਹੈ, ਸੁਖਾਂਤਕ ਹੈ ਜੀ, ਅਤੇ ਇਹ ਜਿਹੜਾ ਸੁਖਾਂਤਕ ਅੰਤ ਹੈ ਇਹ ਕਿਹਤੋਂ ਪ੍ਰਭਾਵਿਤ ਹੈ ਜੀ, ਸ਼ੇਕਸਪੀਅਰ ਤੋਂ। ਉਹਨਾਂ ਨੇ ਤਾਂ ਕਰਕੇ ਉਹ ਜਿਹੜੇ ਆਪਦੇ ਨਾਟਕਾਂ ਦਾ ਅੰਤ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਸੁਖਾਂਤਕ ਕਰਨ ਦੀ, ਅਤੇ ਉਹ ਪ੍ਰਭਾਵਿਤ ਹੋ ਕੇ ਕਿਤੋਂ ਹੋਏ ਸੀਗੇ, ਸ਼ੇਕਸਪੀਅਰ ਤੋਂ। ਉਹਨਾਂ ਦੇ ਨਾਟਕ ਜਿਹੜੇ ਨੇ ਅੰਤ ਸੁਖਾਂਤਕ ਕਰਦੇ ਆ।
ਬਚਪਨ ਤੋਂ ਲੈ ਕੇ ਸ਼ੌਂਕ ਦੀ ਗੱਲ ਕਰਦੇ ਹਾਂ ਉਹਨਾਂ ਦੇ। ਬਚਪਨ ਤੋਂ ਲੈ ਕੇ ਉਹਨਾਂ ਦਾ ਸ਼ੌਂਕ ਕੀ ਸੀਗਾ, ਰਾਸ ਲੀਲਾ ਖੇਡਦੇ ਸੀ, ਰਾਮਲੀਲਾ ਦੇ ਵਿੱਚ ਭਾਗ ਲੈਂਦੇ ਸੀਗੇ, ਲੋਕ ਨਾਟਕਾਂ ਦੇ ਵਿੱਚ, ਖੇਡਾਂ ਦੇ ਵਿੱਚ, ਤਮਾਸ਼ਿਆਂ ਦੇ ਵਿੱਚ। ਉਹ ਉਹਨਾਂ ਦਾ ਬਹੁਤ ਦੇਖਣ ਦਾ ਸ਼ੌਂਕ ਰਿਹਾ ਗਾ ਉਹਨਾਂ ਨੂੰ। ਸਕੂਲ ਦੇ ਦਿਨਾਂ ਦੇ ਵਿੱਚ ਉਹ ਨਾਟਕਾਂ ਵਿੱਚ ਅਦਾਕਾਰੀ ਕਰਨ ਲੱਗ ਪਏ। ਫਿਰ ਜਦੋਂ ਕਾਲਜ ਦੇ ਦੌਰਾਨ ਉਹ ਜਿਹੜੇ ਮੇਲੇ ਹੁੰਦੇ ਸੀ ਉਹਨਾਂ ਦੇ ਵਿੱਚ, ਨਾਟਕਾਂ ਦੇ ਵਿੱਚ ਉਹ ਆਪਦਾ ਯੋਗਦਾਨ ਪਾਉਣ ਲੱਗ ਪਏ। ਇਸੇ ਦੌਰਾਨ ਜਿਹੜਾ ਹੈਗਾ ਉਹਨਾਂ ਦੀ ਮੁਲਾਕਾਤ ਨੌਰਾ ਰਿਚਰਡ ਦੇ ਨਾਲ ਹੁੰਦੀ ਹੈ। ਨੌਰਾ ਰਿਚਰਡ ਨੂੰ ਸਾਰੇ ਜਾਣਦੇ ਹੋ ਕਿ ਉਹਨਾਂ ਦਾ ਨਾਟਕਾਂ ਦੇ ਖੇਤਰ ਲਈ ਅਤੇ ਇਕਾਂਗੀ ਦੇ ਖੇਤਰ ਲਈ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਦੀ ਪ੍ਰੇਰਨਾ ਸਦਕਾ ਨਾਟਕ ਪਹਿਲਾਂ ਲਿਖਣੇ ਸ਼ੁਰੂ ਕੀਤੇ ਆ ਜੀ, ਫਿਰ ਖੇਡਣੇ ਸ਼ੁਰੂ ਕੀਤੇ। ਨੌਰਾ ਰਿਚਰਡ ਦੇ ਦੁਆਰਾ ਇੱਕ ਕੰਪੀਟੀਸ਼ਨ ਆਯੋਜਿਤ ਕੀਤਾ ਗਿਆ ਸੀ ਕਿ ਵਧੀਆ ਨਾਟਕ ਜੋ ਲਿਖੇਗਾ, ਇਕਾਂਗੀ ਲਿਖੇਗਾ, ਉਹਦੇ ਲਈ ਉਹ ਇੱਕ ਪ੍ਰਾਈਜ਼ ਦਿੰਦੇ ਸੀ। ਇਕਾਂਗੀ ਲਈ ਉਹਨਾਂ ਨੇ ਜਿੱਤਿਆ ਸੀ ਪ੍ਰਾਈਜ਼। ਨੰਦੇ ਦੇ ਵੱਲੋਂ ਦੁਲਹਨ ਸੀਗਾ, ਜਿਹਨੂੰ ਅੱਜ ਕੱਲ੍ਹ ਸੁਹਾਗ ਵੀ ਬੋਲ ਦਿੰਦੇ ਆ। ਉਸ ਇਕਾਂਗੀ ਲਈ ਕਦੋਂ ਜਿੱਤਿਆ ਸੀ? 1913 ਦੇ ਵਿੱਚ। ਇਹ ਮੁਕਾਬਲੇ ਵਿੱਚ ਹਿੱਸਾ ਲਿਆ ਸੀ ਉਹਨਾਂ ਨੂੰ ਅਤੇ ਪਹਿਲਾ ਇਨਾਮ ਮਿਲਿਆ ਸੀ। ਕਾਹਦੇ ਲਈ? ਦੁਲਹਨ ਇਕਾਂਗੀ ਦੇ ਲਈ। ਨਾਟਕ ਖੇਤਰ ਵਿੱਚ ਉਹਨਾਂ ਦੇ ਯੋਗਦਾਨ ਦੀ ਗੱਲ ਕਰਦੇ ਹਾਂ, ਕੀ ਯੋਗਦਾਨ ਪਾਇਆ। ਉਹਨਾਂ ਨੇ 4 ਨਾਟਕ ਲਿਖੇ ਹੈ ਜੀ। ਸੁਭੱਦਰਾ 1920 ਦੇ ਵਿੱਚ, ਵਰਕਰ ਇਹਦਾ ਦੂਜਾ ਨਾਮ, ਲੀਲੀ ਦਾ ਵਿਆਹ ਵੀ ਹੈ, 1928 ਦੇ ਵਿੱਚ ਲਿਖਦੇ ਹੈ। ਸਾਮੂ ਸ਼ਾਹ 1928 ਦੇ ਵਿੱਚ ਇਹ ਵੀ ਲਿਖਦਾ, ਅਤੇ ਲਾਸਟ ਜਿਹੜਾ ਹੈਗਾ ਚੌਥਾ ਇਹਨਾਂ ਦਾ, ਸੋਸ਼ਲ ਸਰਕਲ 1949 ਦੇ ਵਿੱਚ ਲਿਖਦੇ। ਨਾਟਕਾਂ ਦਾ ਵਿਸ਼ਾ ਕੀ ਹੈ ਜੀ ਇਹਨਾਂ ਦਾ? ਜਦੋਂ ਆਪਾਂ ਗੱਲ ਕਰਦੇ ਹਾਂ ਨਾਟਕਾਂ ਦਾ ਵਿਸ਼ਾ, ਉਹਦੀ ਗੱਲ ਕਰਦੇ ਹਾਂ, ਉਹਨਾਂ ਦਾ ਜਿਹੜਾ ਨਾਟਕ ਹੈ ਸੁਹਾਗ, ਉਹਦਾ ਵਿਸ਼ਾ ਅੰਤ ਦੁਖਾਂਤਕ ਹੈ। ਨਾਟਕਾਂ ਦਾ ਵਿਸ਼ਾ ਜ਼ਿਆਦਾਤਰ ਵਿਆਹ ਨਾਲ ਸੰਬੰਧਿਤ ਰਿਹਾ ਗਾ। ਉਦੋਂ ਬਾਅਦ ਗੱਲ ਕਰਦੇ ਹਾਂ ਜੀ ਉਹਨਾਂ ਦੇ ਜਿਹੜੇ ਨਾਟਕਾਂ ਦੇ ਵਿੱਚ ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਉਹਨਾਂ ਦਾ ਯੋਗਦਾਨ ਪਾਇਆ। ਜੋ ਉਹਨਾਂ ਦਾ ਯੋਗਦਾਨ ਹੈ, ਉਸ ਤੋਂ ਬਾਅਦ ਉਸ ਨੂੰ ਅੱਗੇ ਤੋਰਿਆ ਪ੍ਰੋਫੈਸਰ ਹਰਚਰਨ ਸਿੰਘ, ਜੋ ਉਹਨਾਂ ਦੇ ਪੈਰੋਕਾਰ ਬਣਦੇ ਆ ਸਾਹਿਤ ਖੇਤਰ ਦੇ ਵਿੱਚ। ਨੰਦਾ ਦੀ ਖਾਸੀਅਤ ਇਹ ਸੀ, ਵਿਲੱਖਣਤਾ ਉਹਨਾਂ ਦੇ ਨਾਟਕ ਦੀ ਗੱਲ ਕਰਦੇ ਹਾਂ, ਉਹਨਾਂ ਨੇ ਸਿਆਸੀ ਪਾਰਟੀਆਂ ਦੇ ਸਿਧਾਂਤ ਨੂੰ ਨਹੀਂ ਅਪਣਾਇਆ। ਉਹਨਾਂ ਦੇ ਨਾਟਕ ਨੇ, ਜੋ ਇਕਾਂਗੀਆਂ ਨੇ, ਉਹ ਲੋਕ ਪੱਖ ਨੂੰ ਲਿਆ ਹੋਇਆ ਹੈਗਾ। ਲੋਕਾਂ ਦੀ ਬੋਲੀ ਹੈ, ਲੋਕਾਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ, ਤਾਂ ਕਰਕੇ ਨਾਟਕ ਉਹਨਾਂ ਦੇ ਜ਼ਿਆਦਾ ਮੁੱਲਵਾਨ। ਨਾਟਕਾਂ ਦੇ ਵਿਸ਼ੇ ਉਹਨਾਂ ਦੀ ਗੱਲ ਕਰਦੇ ਹਾਂ। ਨਾਟਕਾਂ ਦੇ ਵਿਸ਼ੇ ਜਿਹੜੇ ਵੇਲੇ ਦੀਆਂ ਲੋੜਾਂ ਦੀ ਉਪਜ ਸੀ, ਉਸ ਦੇ ਦੁਆਰੇ ਹੀ ਰਹੇ ਆ। ਉਸ ਸਮੇਂ ਦੇ ਦੌਰਾਨ ਜੋ ਸਮੱਸਿਆਵਾਂ ਚੱਲ ਰਹੀਆਂ ਸੀ, ਉਹਨਾਂ ਨੂੰ ਉਹਦਾ ਹਿੱਸਾ ਬਣਾਇਆ। ਆਲੇ ਦੁਆਲੇ ਜਿਵੇਂ ਸੀਗੀ ਵਿਧਵਾ ਵਿਆਹ, ਆਰਥਿਕ ਮੰਦੀ ਹੈਗੀ ਸੀ, ਉਹਨਾਂ ਦੇ ਦੁੱਖ ਤਕਲੀਫਾਂ ਨੂੰ, ਉਹ ਤੋਂ ਪ੍ਰਭਾਵਿਤ ਹੋ ਕੇ, ਭਾਵ ਉਹਨਾਂ ਨੂੰ ਦੇਖ ਕੇ ਆਪਦਾ ਅਨੁਭਵ ਦੇ ਰਾਹੀਂ ਮਨ ਦੇ ਵਿੱਚ ਰੋਸ ਸੀ ਵਿਧਵਾ ਵਿਆਹ ਦੇ ਪ੍ਰਤੀ, ਉਹਨੂੰ ਪੇਸ਼ ਕਰਨ ਦੇ ਲਈ ਉਹਨਾਂ ਨੇ ਨਾਟਕ ਲਿਖਿਆ ਸੁਭੱਦਰਾ। ਨਾਟਕਾਂ ਦੇ ਵਿੱਚ ਮੁੱਖ ਟੱਕਰ ਹੈਗੀ ਹੈ ਜੀ ਉਹਨਾਂ ਦੀ, ਉਹ ਕਿਹੜੀ ਹੈ? ਪਿਆਰ ਦੇ ਨਾਲ ਸੰਬੰਧਿਤ ਵਿਆਹ ਅਤੇ ਮਾਪਿਆਂ ਦੁਆਰਾ ਨਿਸ਼ਚਿਤ ਕੀਤੇ ਗਏ ਵਿਆਹ, ਉਹਦਾ ਮੁੱਖ ਟੱਕਰ ਬਣਦੀ ਹੈ ਉਹਨਾਂ ਦੇ ਵਿੱਚ। ਉਹਨੂੰ ਪੇਸ਼ ਕੀਤਾ ਆਪਣੇ ਨਾਟਕਾਂ ਦੇ ਰਾਹੀਂ। ਨਵੀਆਂ ਸਥਿਤੀਆਂ ਨੇ ਜੋ ਸੁਤੰਤਰਤਾ ਪ੍ਰਾਪਤ ਹੋ ਰਹੀ ਹੈ, ਉਹਦੇ ਬਾਰੇ ਗੱਲ ਕਰਦੇ ਆ। ਪਿਆਰ ਵਿਆਹ ਦੀ ਜਿਹੜੀ ਹੈਗੀ ਹੈ ਸਫਲਤਾ ਦੀ, ਉਹਦੀ ਗਵਾਹੀ ਭਰ ਰਹੇ ਆ ਉਹਨਾਂ ਦੇ ਨਾਟਕ। ਸਾਮੂ ਸ਼ਾਹ ਨਾਟਕ ਬਰਤਾਨਵੀ ਸਮਾਜ ਦੇ ਵਿੱਚ ਅਧੀਨ ਵਿਚਰਦੇ ਹੋਏ ਜੋ ਉੱਥੋਂ ਦੇ ਉਹਨਾਂ 'ਤੇ ਵਿਅੰਗ ਕਰਦਾ, ਉਸ ਦੀ ਪੇਸ਼ਕਾਰੀ ਕਰ ਰਿਹਾ ਜੀ। ਇਕਾਂਗੀ ਸੰਗ੍ਰਹਿ, ਉਹਨਾਂ ਦੇ 3 ਇਕਾਂਗੀ ਸੰਗ੍ਰਹਿ ਨੇ ਜੀ। ਝਲਕਾਰੇ 1951 ਦੇ ਵਿੱਚ, ਲਸ਼ਕਾਰੇ 1953 ਦੇ ਵਿੱਚ, ਚਮਕਾਰੇ 1966 ਦੇ ਵਿੱਚ। ਇਕਾਂਗੀਆਂ ਦੀ ਗੱਲ ਕਰਦੇ ਹਾਂ, ਉਹਨਾਂ ਇਕਾਂਗੀ ਸੰਗ੍ਰਹਿਾਂ ਦੇ ਵਿੱਚ ਕੁਛ ਜਿਹੜੀਆਂ ਜ਼ਿਆਦਾ ਮਹੱਤਵਪੂਰਨ ਨੇ, ਜਿਵੇਂ ਦੁਲਹਨ, ਉਹਨੂੰ ਸੁਹਾਗ ਵੀ ਕਹਿੰਦੇ ਆ। ਬੇਬੇ ਰਾਮ ਭਜਨੀ, ਕਈ ਜਗ੍ਹਾ ਰਾਮ ਭਜਨੀ ਵੀ ਲਿਖਿਆ ਹੋਏਗਾ ਇਕਾਂਗੀ ਦਾ ਨਾਮ। ਜਿੰਨ, ਬੇਈਮਾਨ, ਚੋਰ ਕੌਣ, ਮਾਂ ਦਾ ਡਿਪਟੀ, ਇਹ ਡੂਮਨੇ, ਬਾਊ ਜਾਂ ਬਾਬੇ ਵੀ ਲਿਖਿਆ ਹੋਇਆ। ਘਸੀਟੇ ਦੀ ਨਾਟਕ ਮੰਡਲੀ, ਹੇਰਾ ਫੇਰੀ, ਮੌਨ ਧਾਰੀ, ਸੁਖ ਰਾਸ ਅਤੇ ਲਾਸਟ ਹੈਗਾ ਮੁਰਾਦ। ਇਹ 12 ਇਕਾਂਗੀ ਨੇ, ਕਾਫੀ ਜ਼ਿਆਦਾ ਪ੍ਰਸਿੱਧ ਨੇ। ਉਹਨਾਂ ਦੇ ਬਾਰੇ ਵਿਸ਼ਿਆਂ ਦੀ ਵੀ ਗੱਲ ਕਰਦੇ ਹਾਂ ਇਸ ਤੋਂ ਅੱਗੇ। ਪੰਜਾਬੀ ਨਾਟਕ ਖੇਤਰ ਵਿੱਚ ਜਿਹੜੇ ਨਵੇਂ ਖੇਤਰਾਂ ਨੂੰ ਉਹਨਾਂ ਨੇ ਪੇਸ਼ ਕੀਤਾ, ਉਹਨਾਂ ਦੀ ਗੱਲ ਕਰਦੇ ਹਾਂ। ਪੰਜਾਬੀ ਨਾਟਕ ਦੇ ਵਿੱਚ ਨਵੇਂ ਖੇਤਰਾਂ ਨੂੰ ਵੱਖ ਵੱਖ ਜੋੜੇ ਨੇ। ਉਹਨਾਂ ਦਾ ਜਿਹੜਾ ਵਿਸ਼ਾ ਅਤੀਤ ਨਾ ਹੋ ਕੇ ਆਧੁਨਿਕ ਵਾਲਾ ਰਿਹਾ ਗਾ, ਆਧੁਨਿਕ ਦੇ ਨਾਲ ਜੋੜਦਾ ਹੋਇਆ ਪੇਸ਼ ਕੀਤਾ। ਉਹਨਾਂ ਦੇ ਨਾਟਕ ਆਧੁਨਿਕ ਦੇ ਵੱਲ ਜਾ ਰਹੇ ਨੇ, ਉਹਨਾਂ ਦੇ ਸਮੱਸਿਆਵਾਂ ਨੂੰ ਪੇਸ਼ ਕਰ ਰਹੇ ਨੇ।
ਇਸੇ ਕਰਕੇ ਉਹਨਾਂ ਨੂੰ ਆਧੁਨਿਕ ਨਾਟਕ ਦਾ ਮੋਢੀਕਾਰ ਵੀ ਕਿਹਾ ਜਾਂਦਾ ਹੈ। ਈਸ਼ਵਰ ਚੰਦਰਾ ਦੇ ਨਾਟਕ ਲਿਖਣੇ ਸ਼ੁਰੂ ਕੀਤੇ। ਉਹਨਾਂ ਦੇ ਵਿੱਚ ਜਿਹੜੀਆਂ ਸਮਾਜਿਕ ਸਥਿਤੀਆਂ ਅਤੇ ਸਮਾਜਿਕ ਪਰੰਪਰਾਵਾਂ ਤੋਂ ਇੰਨੇ ਪਿਛੜੇ ਹੋਏ ਸਮੇਂ ਨੂੰ ਜਿਹੜਾ ਹੈਗਾ ਉਹਨਾਂ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੁਧਾਰਵਾਦੀ ਪੱਖ ਤੋਂ ਕਿਸੇ ਹੋਰ ਪਹੁੰਚ ਦਾ ਬੋਧ ਸੰਭਵ ਨਹੀਂ ਸੀ, ਭਾਵ ਉਹਦੇ ਵਿੱਚ ਹੋਰ ਕੋਈ ਸੁਧਾਰ ਕਰਨ ਦੀ ਗੁੰਜਾਇਸ਼ ਨਹੀਂ ਸੀ। ਉਹਨੂੰ ਇੱਕ ਵੱਖਰਾ ਵਿਸ਼ਾ ਪੇਸ਼ ਕੀਤਾ। ਸਭ ਤੋਂ ਪਹਿਲਾ ਇਕਾਂਗੀ ਜਿਹੜਾ ਸੀਗਾ ਦੁਲਹਨ ਸੁਹਾਗ, ਧੀਆਂ ਦੇ ਵੇਚਣ ਦੇ ਨਾਲ ਵਿਸ਼ਾ ਸੰਬੰਧਿਤ ਹੈਗਾ, ਉਹਦੇ ਆਲੇ ਦੁਆਲੇ ਉਸ ਦੀ ਗੱਲ ਕਰ ਰਹੇ ਆ। ਉੱਥੇ ਜਿਹੜਾ ਹੈਗਾ ਬੇਬੇ ਰਾਮ ਭਜਨੀ ਵੀ ਲਿਖਿਆ ਹੋਇਆ ਹੈਗਾ ਇਕਾਂਗੀ। ਉਹਦੇ ਵਿੱਚ ਧਰਮ ਸੰਸਕ੍ਰਿਤੀ ਨਾਲ ਸੰਬੰਧਿਤ ਭਾਵ ਵਿਅੰਗ ਕਾਹਦੇ 'ਤੇ ਕੀਤਾ, ਦਾਨ ਪੁੰਨ ਉੱਤੇ। ਤੁਸੀਂ ਸਭ ਨੇ ਪੜ੍ਹਿਆ ਹੋਏਗਾ, ਉਹਦੇ ਵਿੱਚ ਮੇਨ ਸਮੱਸਿਆ ਜਿਹੜੀ ਹੈਗੀ ਦਾਨ ਪੁੰਨ ਦੇ ਉੱਤੇ ਵਿਅੰਗ ਕਰਦੀ ਹੋਈ ਪੇਸ਼ ਹੁੰਦੀ ਹੈ। ਉਸ ਤੋਂ ਬਾਅਦ ਜੈਨ ਇਕਾਂਗੀ, ਨਾਮ ਤੋਂ ਹੀ ਪਤਾ ਲੱਗ ਜਾਂਦਾ, ਜੈਨ ਭਾਵ ਵਹਿਮਾਂ ਭਰਮਾਂ ਦੇ ਨਾਲ ਸੰਬੰਧਿਤ ਹੈ, ਉਹਨੂੰ ਸਮਾਜਿਕ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ। ਅਤੇ ਇਸ ਤੋਂ ਇਲਾਵਾ ਵਹਿਮ ਭਰਮ ਦੇ ਨਾਲ ਵਿੱਦਿਆ ਦੀ ਘਾਟ ਨੂੰ ਵੀ ਉਹਦੇ ਵਿੱਚ ਦੱਸਿਆ ਕਿ ਉਹ ਘਾਟ ਕਿਤੇ ਨਾ ਕਿਤੇ ਖੜਕ ਰਹੀ ਹੈ। ਬੇਈਮਾਨ ਇਕਾਂਗੀ ਦੇ ਵਿੱਚ ਉਹਨਾਂ ਨੇ ਵਿਅੰਗ ਕੀਤਾ ਜੀ, ਜਿਸ ਦੇ ਵਿੱਚ ਪੂੰਜੀਵਾਦੀ ਸਮਾਜਿਕ ਆਰਥਿਕ ਵਿਵਸਥਾ ਜਿਹੜੇ ਰਿਸ਼ਤਿਆਂ ਦੀ ਬੁਨਿਆਦ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ, ਉਹ 'ਤੇ ਵਿਅੰਗ ਕਰ ਰਹੇ ਆ। ਚੋਰ ਕੌਣ ਇਕਾਂਗੀ ਦੇ ਵਿੱਚ ਜਿਹੜੀ ਹੈਗੀ ਹੈ ਸਮਕਾਲੀ ਸਮੱਸਿਆ ਹੈਗੀ ਹੈ ਪੈਸੇ ਦੀ ਲਾਲਸਾ, ਹਰੇਕ ਇਨਸਾਨ ਦੇ ਵਿੱਚ ਹੈ। ਉਹ ਲਾਲਸਾ ਮਾਪਿਆਂ ਅਤੇ ਬੱਚਿਆਂ ਦੇ ਵਿੱਚ ਕਿਵੇਂ ਦੂਰੀ ਪੈਦਾ ਕਰਦੀ ਹੈ, ਉਸ ਦੀ ਗੱਲ ਕੀਤੀ ਹੈ। ਉਸ ਤੋਂ ਬਾਅਦ ਜਿਹੜਾ ਇਕਾਂਗੀ ਹੈ ਮਾਂ ਦਾ ਡਿਪਟੀ, ਉਸ ਦੇ ਵਿੱਚ ਕਿਸਾਨ ਦੀਆਂ ਆਰਥਿਕ ਲੋੜਾਂ ਦੀ ਪੂਰਤੀ ਲਈ ਆਪਣੀ ਸੰਤਾਨ ਲਈ ਨਵੇਂ ਕਿੱਤਿਆਂ ਦੀ ਰਾਹ ਖੋਲ੍ਹਣ ਦੀ ਯਤਨਸ਼ੀਲ ਹੈ, ਪਰ ਜਿਹੜੀ ਸਥਿਤੀ ਆ ਉਹ ਹੈਗੀ ਆ ਦੁਖਾਂਤਕ। ਇੰਨਾ ਕੁਛ ਪੜ੍ਹ ਲਿਖ ਲੈਣ ਦੇ ਬਾਵਜੂਦ ਵੀ ਬੇਰੁਜ਼ਗਾਰੀ ਦਾ ਉਹਨਾਂ ਨੂੰ ਸ਼ਿਕਾਰ ਹੋਣਾ ਪੈਂਦਾ ਗਾ, ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈਂਦਾ। ਇਹ ਡੂਮਣੇ ਇਕਾਂਗੀ ਦੇ ਵਿੱਚ ਪੁਰਾਣੀਆਂ ਜਿਹੜੀਆਂ ਭਾਰਤੀ ਜਾਤ ਪਾਤ ਵਿਵਸਥਾ ਹੈਗੀ ਆ ਸੂਤ ਛਾਤ, ਉਹਨੂੰ ਪੇਸ਼ ਕੀਤਾ। ਬਾਊ ਛੀਟੇ ਦੀ ਮੰਡਲੀ ਵਿਅੰਗਮਈ ਦ੍ਰਿਸ਼ਟੀ ਤੋਂ ਪੇਸ਼ਕਾਰੀ ਕੀਤੀ ਹੈ। ਹੇਰਾਫੇਰੀ ਇਕਾਂਗੀ ਦੇ ਵਿੱਚ ਜਿਹੜੀ ਸਰਮਾਏਦਾਰੀ ਹੈ ਉਹਦੀ ਜਿਹੜੀਆਂ ਸਮਾਜਿਕ ਨੇ ਆਰਥਿਕ ਵਿਵਸਥਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ, ਉਸ ਦੀ ਗੱਲ ਕੀਤੀ ਹੈ। ਵਿਅਕਤੀਗਤ ਲਾਲਸਾ ਦੁਆਰੇ ਜਿਹੜਾ ਇਕਾਂਗੀ ਇਹ ਉਸਾਰਿਆ ਗਿਆ, ਜਿਸ ਤਰ੍ਹਾਂ ਉਹ ਨਜਾਇਜ਼ ਜਾਂ ਜਾਇਜ਼ ਤਰੀਕੇ ਨਾਲ ਕਿਹੜੇ ਢੰਗ ਵਰਤ ਕੇ ਹੇਰਾਫੇਰੀ ਕਰਦੇ ਨੇ, ਉਸ ਨੂੰ ਜਿਹੜਾ ਹੈਗਾ ਪੇਸ਼ ਕਰ ਰਹੇ ਆ। ਬਾਕੀ ਦੇ ਇਕਾਂਗੀ ਦੀ ਗੱਲ ਕਰਦੇ ਹਾਂ। ਮੌਨਧਾਰੀ, ਉਹਦੇ ਵਿੱਚ ਜਿਹੜਾ ਸਮਾਜਿਕ ਅੰਤਰ ਵਿਰੋਧਾਂ ਨੂੰ ਯਥਾਰਥਕ ਚਿਤਰਨ ਕੀਤਾ, ਜਿਵੇਂ ਕਰਮਚਾਰੀ ਵਰਗ ਹੈ ਉਹਦੀਆਂ ਲਾਲਸਾਵਾਂ, ਉਹਦੀਆਂ ਹੇਰਾਫੇਰੀ, ਫਜ਼ੂਲ ਖਰਚਿਆਂ 'ਤੇ ਵਿਅੰਗ ਕਰਦੀ ਹੈ। ਸੁਖਰਾਸ ਇਕਾਂਗੀ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆ ਨੂੰ ਆਪਦੇ ਘੇਰੇ ਵਿੱਚ ਲੈਂਦੀ ਹੈ। ਉਸ ਤੋਂ ਬਾਅਦ ਲਾਸਟ 12ਵੀਂ ਇਕਾਂਗੀ ਮੁਰਾਦ, ਪਿਆਰ ਦੀ ਜਿਹੜੀ ਵਿਆਹ ਸਮੱਸਿਆ ਨੂੰ ਪੇਸ਼ ਕਰਦੀ ਹੈ ਅਤੇ ਅੰਤ ਜਿਹੜਾ ਹੈਗਾ ਦੁਖਾਂਤਕ ਹੁੰਦਾ। ਇਹ ਜਿਹੜਾ ਹੈਗਾ ਸਮਾਜਿਕ ਨਾਟਕਕਾਰ ਸਮਾਜਿਕ ਸਰਮਾਏਦਾਰੀ ਵਿੱਚ ਮਾਨਵੀ ਰਿਸ਼ਤਿਆਂ ਦੀ ਪੇਸ਼ਕਾਰੀ ਦੇ ਵਿੱਚ ਜਿਹੜੀ ਤਰੇੜ ਆ ਰਹੀ ਹੈ, ਉਸ ਨੂੰ ਯਥਾਰਥਕ ਰੂਪ ਵਿੱਚ ਪੇਸ਼ ਕਰਦਾ। ਪੁਸਤਕਾਂ ਨੂੰ ਪ੍ਰਕਾਸ਼ਿਤ ਕਰਨ ਦੀ ਗੱਲ ਕਰਦੇ ਹਾਂ। ਉਹਨਾਂ ਦੀਆਂ ਪੁਸਤਕਾਂ ਕਿਹੜੀਆਂ ਪ੍ਰਕਾਸ਼ਿਤ ਕੀਤੀਆਂ। ਈਸ਼ਵਰ ਚੰਦਰ ਦੀਆਂ ਜਿਹੜੀ ਇਕਾਂਗੀ ਸੰਗ੍ਰਹਿ ਨੇ ਤਿੰਨੇ, ਉਹਨਾਂ ਨੂੰ ਝਲਕਾਰੇ, ਚਮਕਾਰੇ, ਲਿਸ਼ਕਾਰੇ, ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ। ਉਸ ਤੋਂ ਬਾਅਦ ਜਿਹੜੇ ਸਾਰੇ ਨਾਟਕ ਨੇ ਉਹਨਾਂ ਨੂੰ ਹਰਚਰਨ ਸਿੰਘ ਦੁਆਰਾ ਸੰਪਾਦਿਤ ਕੀਤਾ ਜਾਂਦਾ ਹੈ ਅਤੇ ਕੌਣ ਕਰਦੀ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰਕਾਸ਼ਿਤ ਕਰਦੀ ਹੈ। ਇਸ ਤੋਂ ਬਿਨਾਂ ਦੋ ਪੁਸਤਕਾਂ ਨੇ ਜੀ, ਨੰਦਾ ਦਾ ਗਲਪ ਸਾਹਿਤ ਸੰਪਾਦਿਤ ਕਿਹਨੇ ਕੀਤੀ ਹੈ, ਸੰਤ ਸਿੰਘ ਸੇਖੋਂ ਨੇ। ਇਸ ਤੋਂ ਇਲਾਵਾ ਨੰਦਾ ਦਾ ਗਦ ਸਾਹਿਤ, ਇਹਨੂੰ ਸੰਪਾਦਿਤ ਕਰਦਾ ਗੁਰਬਚਨ ਸਿੰਘ ਤਾਲਬ। ਇਹ ਵੀ ਜਿਹੜਾ ਹੈਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਪੁਸਤਕ ਹੈਗੀ ਆ। ਧੰਨਵਾਦ ਜੀ ਸਾਰਿਆਂ ਦਾ, ਤੁਸੀਂ ਇਸ ਵੀਡੀਓ ਨੂੰ ਦੇਖਿਆ, ਸਹਿਯੋਗ ਕੀਤਾ, ਬਹੁਤ ਬਹੁਤ ਧੰਨਵਾਦ। ਇੱਕ ਰਿਕੁਐਸਟ ਹੈ ਜੀ ਸਾਰਿਆਂ ਲਈ ਕਿ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ, ਜਿਸ ਦੇ ਨਾਲ ਹੋਰ ਕਿਸੇ ਦਾ ਵੀ ਭਲਾ ਹੋ ਸਕੇ। ਲਾਈਕ ਕਰਨਾ ਜੀ, ਸ਼ੇਅਰ ਕਰਨਾ ਵੀਡੀਓ ਨੂੰ, ਅਤੇ ਅਗਲੀ ਵੀਡੀਓ ਦੀ ਵੇਟ ਕਰਨਾ ਕਿ ਇਕਾਂਗੀਕਾਰ ਨੇ ਜਿਹੜੇ ਨਾਟਕਕਾਰ, ਉਸ ਦੀ ਅਗਲੀ ਵੀਡੀਓ ਕੱਲ੍ਹ ਆਏਗੀ। ਧੰਨਵਾਦ ਜੀ ਸਾਰਿਆਂ ਦਾ ਇੰਨਾ ਸਹਿਯੋਗ ਦੇਣ ਲਈ।